ਦਨਾਨ ਜਿਹੜਾ 10 ਵਾਰੀ ਵੀ ਦਿਹਾੜੀ 'ਚ ਫੋਨ ਕਰਦਾ ਸੀ। ਮੇਰੀ ਬੇਟੀ ਖੁਸ਼ ਹੋ ਕੇ ਸੁਣਦੀ ਸੀ। ਐਂਡ ਵਾਲੇ ਦਿਨ ਤੱਕ ਵੀ ਜਿੱਦਣ ਟੁੱਕਣ ਜਾਣਾ ਮੇਰੀ ਬੇਟੀ ਉਦਣ ਵੀ ਇਹ ਦੋਵੇਂ ਦਨਾਨ ਤੇ ਅਲਫਾ ਗੱਲ ਕਰਦੇ ਰਹੇ। ਬੇਟੀ ਦਾ ਕੋਈ ਬੂਟਾ ਆਸ਼ਕ ਨਹੀਂ, ਬੂਟੇ ਨੂੰ ਅੱਜ ਵੀ ਮਾਰ ਛੜਨ, ਸਾਰੇ ਆਮ ਤੀ ਦਵਾਈ ਵਾਲੇ ਮਾਰ ਛੜਨ, ਸਾਡਾ ਕੱਖ ਨਹੀਂ ਲਾ। ਇੱਥੋਂ ਟੁਰ ਕੇ ਡਸਕੇ ਜਾਂਦੀ ਸੀ ਸਕੂਲ, ਉਦੋਂ ਨਾ ਉਹਨੇ ਕਿਸੇ ਆਸ਼ਕ ਬਣਾਈ। ਅਸਾਂ ਜੰਮੀ ਪਾਲੀ ਖੁਸ਼ੀਆਂ ਸਾਰੀਆਂ ਉਹਦੀਆਂ ਵੇਖੀਆਂ ਕੀਤੀਆਂ ਤੇ ਇਹਨਾਂ ਦੇ ਘਰ ਜਾ ਕੇ ਮੇਰੀ ਧੀ ਨੇ ਆਸ਼ਕ ਬਣਾ ਲਏ। ਤੇ ਧੀ ਖੁਸ਼ੀਆਂ ਨਾਲ ਵਿਆਹੀ ਸੀ, ਖੁਸ਼ੀਆਂ ਨਾਲ ਹਰ ਕੰਮ ਕੀਤੇ ਨੇ। ਮੈਂ ਇਸ ਵਜ੍ਹਾ ਤਾਂ ਨਹੀਂ ਕੀਤਾ ਕਿ ਮੇਰੀ ਬੇਟੀ ਰੰਡੀ ਹੋਈ ਹੈ। ਇਹ ਦੋ ਚਪੇੜਾਂ ਉਹ ਮੁੰਡੇ ਦੇ ਮੂੰਹ ਦੇ ਉੱਤੇ ਮਾਰ ਦਿੱਤੀਆਂ ਨੇ ਤੇ ਤੂੰ ਕਿਉਂ ਏਡੀ ਬਦਤਮੀਜ਼ੀ ਕਰਨੇ? ਧੀਆਂ ਭੈਣਾਂ सारियां ਦੀਆਂ ਸਾਰੀਆਂ ने तू एडियां बदतमीजियां एडियां पैड़ियां गालियां दी। अस्सलाम वालेकुम नाज़रीन, मैं हूं एडी मलक और इस वक्त गांव मंड में मौजूद हूं जहां एक रात के दूल्हे को बेदर्दी से कत्ल कर दिया। नाज़रीन, मैंने उस मकतूल दूल्हे के ससुर और उस की दुल्हन के बाप का भी मौक़िफ़ आपके सामने रखा, लेकिन इस वीडियो में मेरे साथ मौजूद दूल्हे की सासो माँ मौजूद है जिसने अपनी मुहब्बतों से अपनी चावां दे नाल अपनी बेटी को इस घर से रुखसत किया, लेकिन उसे क्या पता था कि मेरी बेटी एक रात के बाद बेवा हो जाएगी। लेकिन इन पर ये जो क़यामत गुजरी है, ये जो क़यामत इन पर टूटी है, इसके पीछे जो हकीकत थी वो हमने आपके सामने रखी है। लेकिन जैसे ही ये सारा वाक़या हुआ, हमने मकतूल के लवाहिकीन का मौक़िफ़ आपके सामने रखा तो उनकी कहानी बड़ी अजीब थी। हमने उस कहानी का मुतबादल हमने दूसरी तरफ का मौक़िफ़ आपके सामने रखा, क्योंकि दूसरी तरफ का मौक़िफ़ जानना आपका ये हक था और हमारी ये जिम्मेदारी थी कि हम दोनों तरफ का मौक़िफ़ आपके सामने रखें कि असल में हकीकत क्या है और इस कत्ल के पीछे असल वजह क्या है। क्यों आपके दामाद को आपके घर की दहलीज पर कत्ल किया गया, इसके पीछे वजह क्या है, और जो आपके दामाद के घर वाले आपकी बेटी पर इल्ज़ाम लगा रहे हैं उनमें कितनी सदाकत है। माँ जी, बड़ा अफसोस है, ਤੁਹਾਡੇ ਨਾਲ बड़ा जुल्म होया, बेटी एक रात तो बाद बेवा हो गई। क्यों ਤੁਹਾਡੇ ਦਮਾਦ ਨੂੰ ਤੁਹਾਡੇ ਘਰ ਦੀ ਦਹਲੀਜ਼ ਤੇ ਕਤਲ ਕਰ ਦਿੱਤਾ? ਬੇਟਾ, ਮੈਂ ਤੇ ਧੀ ਖੁਸ਼ੀਆਂ ਨਾਲ ਵਿਆਹੀ ਸੀ, ਖੁਸ਼ੀਆਂ ਨਾਲ ਹਰ ਕੰਮ ਕੀਤੇ ਨੇ। ਮੈਂ ਇਸ ਵਜ੍ਹਾ ਤਾਂ ਨਹੀਂ ਕੀਤਾ ਕਿ ਮੇਰੀ ਬੇਟੀ ਰੰਡੀ ਹੋਈ ਹੈ। ਬੜਾ ਮੁਸ਼ਕਿਲ ਲਫ਼ਜ਼ ਨਿਕਲਦਾ ਹੈ। ਮੈਂ ਜਿਉਂਦੀਆਂ ਹੀ ਮਰ ਗਈ ਹਾਂ, ਨਾ ਮੈਂ ਮੋਇਆਂ 'ਚ ਨਾ ਮੈਂ ਜਿਉਂਦਿਆਂ 'ਚ। ਮੇਰੀ ਬੇਟੀ ਨਾਲ ਬਹੁਤ ਜ਼ੁਲਮ ਹੋ ਗਿਆ ਹੈ। ਬਾਕੀ ਮੈਂ ਕੋਈ ਸਭ ਖੁਸ਼ੀਆਂ ਧੀ ਦੀਆਂ ਕੀਤੀਆਂ ਨੇ, ਮੈਂ ਦਨਾਨ ਦੀਆਂ ਵੀ ਖੁਸ਼ੀਆਂ ਸਾਰੀਆਂ ਕੀਤੀਆਂ ਨੇ। ਬਾਕੀ ਮੇਰੀ ਧੀ ਨਾਲ ਜਾਸਤੀ ਹੋਈ ਹੈ। ਮਾਂ ਜੀ, ਤੁਹਾਡੀ ਧੀ ਅਦਨਾਨ ਦੇ ਨਾਲ ਸ਼ਾਦੀ ਕਰਨ ਤੋਂ ਪਹਿਲੇ ਵੀ ਖੁਸ਼ ਸੀ, ਬਾਅਦ ਦੇ ਵਿੱਚ ਵੀ ਖੁਸ਼ ਸੀ? ਮੇਰੀ ਬੇਟੀ ਦਨਾਨ ਨਾਲ ਜਿੱਦਣ ਨਿਕਾਹ ਹੋ ਗਿਆ, ਮੇਰੀ ਬੇਟੀ ਇਦਨਾਨ ਨਾਲ ਦਨਾਨ ਜਿਹੜਾ 10 ਵਾਰੀ ਵੀ ਦਿਹਾੜੀ 'ਚ ਫੋਨ ਕਰਦਾ ਸੀ, ਮੇਰੀ ਬੇਟੀ ਖੁਸ਼ ਹੋ ਕੇ ਸੁਣਦੀ ਸੀ। लेकिन ਉਹਦੀ ਵਾਲਦਾ ਕਹਿੰਦੀ ਹੈ ਕਿ ਮੇਰਾ ਬੇਟਾ ਆਪਣੀ ਬੀਵੀ ਦੇ ਨਾਲ ਸ਼ਾਦੀ ਤੋਂ ਪਹਿਲੇ ਕੋਈ ਰਾਬਤਾ ਨਹੀਂ ਕਰਦਾ ਵੀ। ਤਾਂ ਬੇਟਾ ਸ਼ਾਦੀ ਨਿਕਾਹ ਹੋ ਗਿਆ, ਮੇਰੀ ਬੇਟੀ ਨੇ ਉਹਨੇ ਬੇਟੇ ਦਨਾਨ ਨੇ ਫੋਨ ਕੀਤਾ, ਉਹਦੀ ਭੈਣ ਜਿਹੜੀ ਹੈ ਉਹਨੇ ਆਖਿਆ ਭਾਈ ਇਹ ਨਨਾਣ ਨਾਲ ਗੱਲ ਕਰਦੀ ਹੈ। ਉਹਨੇ ਆਖਿਆ ਕਿ ਭਾਈ ਨੇ ਆਖਿਆ ਕਿ ਦਨਾਨ ਨੇ ਆਖਿਆ ਕਿ ਕਿਹਦੇ ਨਾਲ ਗੱਲ ਕਰਨੀ ਆਂਦੀ ਹੈ, ਭਾਬੀ ਨਾਲ। ਉਹਨੇ ਆਖਿਆ ਮੇਰੀ ਵੀ ਗੱਲ ਕਰਾ ਦਿਓ। ਉਹਨਾਂ ਫਿਰ ਰੋਜ਼ਾਨਾ 10 ਵਾਰੀ ਦਿਹਾੜੀ 'ਚ ਫੋਨ ਆਇਆ, ਮੇਰੀ ਬੇਟੀ ਗੱਲ ਕਰਦੀ ਰਹੀ ਹੈ। ਦਨਾਨ ਵੀ ਕਰਦਾ। ਦਨਾਨ ਨੇ ਆਖਿਆ ਮੈਂ ਅਲਫਾ ਮੈਂ ਸ਼ੇਰਵਾਨੀ ਇੰਜ ਦੀ ਆਂਦੀ। ਉਹਨੇ ਆਖਿਆ ਕਾਲੀ ਆ? ਹਾਂ ਬਿਲਕੁਲ ਕਾਲੀ, ਠੀਕ ਹੈ। ਫਿਰ ਉਹਨੇ ਆਖਿਆ ਮੈਂ ਪੈਂਟ ਕੋਟ। ਉਹਨੇ ਆਖਿਆ ਦਨਾਨ ਪੈਂਟ ਕੋਟ ਜਿਹੜਾ ਨਾ ਵਲੀਮੇ ਤੇ ਹੋਣਾ ਚਾਹੀਦਾ, ਵਲੀਮੇ ਤੇ ਪਾ ਕੇ ਆਇਆ। ਦੂਸਰੇ ਨੰਬਰ ਤੇ ਮੇਰੀ ਬੇਟੀ ਜਿੱਦਣ ਮਹਿੰਦੀ ਸੀ ਉਦਣ ਮਹਿੰਦੀ ਲਵਾਉਣ ਗਈ ਹੈ। ਦਨਾਨ ਨੇ ਫੋਨ ਕੀਤਾ ਕਿ ਅਲਫਾ ਕਿੱਥੇ? ਮੇਰੀ ਛੋਟੀ ਬੇਟੀ ਨੇ ਆਖਿਆ ਭਾਈ ਮੇਰੀ ਆਪੀ ਜਿਹੜੀ ਹੈ ਮਹਿੰਦੀ ਲਵਾਉਣ ਗਈ। ਉਹਨੇ ਆਖਿਆ ਜਦੋਂ ਅਲਫਾ ਆਵੇ ਮੇਰੀ ਗੱਲ ਕਰਾਂਗੇ। ਐਂਡ ਵਾਲੇ ਦਿਨ ਤੱਕ ਵੀ ਜਿੱਦਣ ਟੁੱਕਣ ਜਾਣਾ ਮੇਰੀ ਬੇਟੀ ਉਦਣ ਵੀ ਇਹ ਦੋਵੇਂ ਦਨਾਨ ਤੇ ਅਲਫਾ ਗੱਲ ਕਰਦੇ ਰਹੇ ਨੇ। 20-22 ਦਿਨ ਨਿਕਾਹ ਪਹਿਲਾਂ ਹੋਇਆ ਮੇਰੀ ਬੇਟੀ ਤੇ ਦਨਾਨ ਗੱਲ ਡੇਲੀ 2-3 ਟਾਈਮ। ਜੇ ਮੇਰੀ ਬੇਟੀ ਸਕੂਲ ਗਈ ਹੈ ਤਾਂ ਵੀ ਦਨਾਨ ਗੱਲ ਕੀਤੀ ਹੈ। ਹਾਂ ਕਿਹਾ ਦਨਾਨ ਅਲਫਾ ਸਕੂਲੋਂ ਆਏਗੀ ਤੇ ਤੇਰੀ ਗੱਲ ਕਰਾਵਾਂਗੇ। ਜਿਹੜੇ ਵੇਲੇ ਆਈ ਉਹਨੇ ਬੁਰਖਾ ਪਿੱਛੋਂ ਤਾਰਿਆ, ਪਹਿਲਾਂ ਦਨਾਨ ਦੀ ਗੱਲ ਸੁਣੀ, ਗੱਲਾਂ ਕਰਦੇ ਰਹੇ ਨੇ। 20-22 ਦੋਨੋਂ ਮੀਆਂ ਬੀਵੀ ਖੁਸ਼ ਸੀ ਸ਼ਾਦੀ ਤੋਂ ਪਹਿਲੇ ਵੀ ਤੇ ਬਾਅਦ ਵਿੱਚ? ਖੁਸ਼ਹਾਲ। ਮੇਰੀ ਬੇਟੀ ਨੇ ਇੱਕ ਵਾਰ ਨਹੀਂ ਆਖਿਆ ਕਿ ਅੱਬੂ ਫਲਾਣੇ ਨਾਲ ਹਾਂ ਸ਼ਾਦੀ ਮੇਰੀ ਕਰੋ। ਉਹਨੇ ਆਖਿਆ ਅੱਬੂ ਜੀ ਜਿੱਥੇ ਤੁਹਾਡਾ ਦਿਲ ਕਰਦਾ ਤੁਸੀਂ ਸ਼ਾਦੀ ਕਰੋ, ਮੈਂ ਖੁਸ਼ ਹਾਂ। ਤੁਹਾਡੀ ਰਜ਼ਾਮੰਦੀ ਦੇ ਨਾਲ, ਤੁਹਾਡੀ ਰਜ਼ਾਮੰਦੀ ਦੇ ਚੋਦੀ ਰਜ਼ਾਮੰਦੀ ਸ਼ਾਮਲ ਸੀ? ਬਿਲਕੁਲ, ਸਾਡੀ ਬੇਟੀ ਬਿਲਕੁਲ ਰਜ਼ਾਮੰਦੀ। ਕਿਸੇ ਨੂੰ ਕੋਈ ਪਸੰਦ ਨਹੀਂ ਸੀ ਕਰਦਾ? ਕਿਸੇ ਨੂੰ ਨਹੀਂ ਮੇਰੀ ਬੇਟੀ ਪਸੰਦ ਕਰਦੀ। ਕਿਸੇ ਦੀ ਜ਼ਰੂਰਤ ਨਹੀਂ ਸੀ ਉਹਦੇ ਵੱਲੋਂ ਵੇਖ ਕੇ ਅੱਖ ਪੁੱਟ ਕੇ ਵੇਖਣ ਦਾ।
ਇੱਥੋਂ ਟੁਰ ਕੇ ਡਸਕੇ ਜਾਂਦੀ ਸੀ ਸਕੂਲ, ਉਦੋਂ ਨਾ ਉਹਨੇ ਕਿਸੇ ਆਸ਼ਿਕ ਬਣਾਏ, ਉਦੋਂ ਨਾ ਬਣਾਏ। ਇਹਨਾਂ ਦੇ ਘਰ ਜਾਣ ਚ ਹੀ ਉਹਦੇ ਆਸ਼ਿਕ ਬਣ ਗਏ ਸਨ। ਅਸਾਂ ਜੰਮੀ ਪਾਲੀ ਖੁਸ਼ੀਆਂ ਸਾਰੀਆਂ ਉਹਦੀਆਂ ਵੇਖੀਆਂ ਕੀਤੀਆਂ, ਤੇ ਇਹਨਾਂ ਦੇ ਘਰ ਜਾ ਕੇ ਮੇਰੀ ਧੀ ਨੇ ਆਸ਼ਿਕ ਬਣਾ ਲਏ ਨੇ। ਮੇਰੀ ਬੇਟੀ ਇੰਜ ਦੀ ਨੇ ਬੇਟਾ। हाँ जी, ਇਹ ਜਿਸ ਬੰਦੇ ਨੇ, ਜਿਸ ਮੁੰਡੇ ਨੇ ਤੁਹਾਡੇ ਦਮਾਦ ਨੂੰ ਕਤਲ ਕੀਤਾ ਹੈ, ਉਹਦੇ ਨਾਲ ਤੁਹਾਡੀ ਬੇਟੀ ਦਾ ਰਿਸ਼ਤਾ ਜੋੜਿਆ ਜਾ ਰਿਹਾ ਕਿ ਉਹਦੇ ਨਾਲ ਉਹਦਾ ਤਾਲੁਕ ਸੀ, ਉਹ ਉਹਦਾ ਆਸ਼ਿਕ ਸੀ, ਉਹਦੇ ਕੋਲੋਂ ਉਹਨੇ ਇਸੇ ਕਰਕੇ ਮਰਵਾਇਆ ਜੀ। ਨਹੀਂ ਨਹੀਂ, ਮੇਰੀ ਬੇਟੀ ਦਾ ਕਿਸੇ ਕੋਈ ਨਹੀਂ ਆਸ਼ਿਕ। ਮੇਰੀ ਬੇਟੀ ਦਾ ਕੋਈ ਬੂਟਾ ਆਸ਼ਿਕ ਨਹੀਂ। ਬੂਟੇ ਨੂੰ ਅੱਜ ਵੀ ਮਾਰ ਛੜਨ, ਸਾਰੇ ਆਮ ਤੇ ਦਵਾਈ ਵਾਲੇ ਮਾਰ ਛੜਨ, ਸਾਡਾ ਕੱਖ ਨਹੀਂ ਲੱਗਦਾ। ਸਾਡੇ ਨਾਲ, ਅਸੀਂ ਇਹਨਾਂ ਦੇ ਘਰ ਗਏ ਆ, ਸਾਡੇ ਨਾਲ ਨਾ ਇੰਨੀ ਜਾਸਤੀ ਕਰਦੇ, ਅਸੀਂ ਖੁਦ ਇਹਨਾਂ ਦੇ ਨਾਲ ਸੀ। ਅੱਛਾ, ਜਿਸ ਦਿਨ ਇੱਥੇ ਇਹ ਵਾਕਿਆ ਹੋਇਆ ਸੀ, ਤੁਹਾਡੇ ਦਮਾਦ ਨੂੰ ਗੱਡੀ ਤੋਂ ਉਤਰਦੇ ਨਾਲ ਹੀ ਬੂਟੇ ਨੇ ਫਾਇਰ ਮਾਰ ਦਿੱਤਾ ਸੀ। ਹਾਂਜੀ, ਉਸ ਟਾਈਮ ਤੇ ਤੁਸੀਂ ਉਹਦੇ ਅਦਨਾਨ ਦੇ ਘਰ ਵਾਲਿਆਂ ਨੂੰ ਇਤਲਾਹ ਦਿੱਤੀ ਸੀ ਕਿ ਜੀ ਇਹ ਵਾਕਿਆ ਹੋ ਗਿਆ ਤੇ ਕੋਈ ਆਇਆ ਸੀ? ਬਿਲਕੁਲ ਦਿੱਤੀ ਸੀ, ਬਿਲਕੁਲ ਉਹਨਾਂ ਨੂੰ ਦਨਾਨ ਵਾਲਿਆਂ ਦੇ ਘਰ ਵਾਲਿਆਂ ਨੂੰ ਤਲਾਹ ਦਿੱਤੀ ਏ ਕਿ ਜਦੋਂ ਇਹ ਆਏ ਨੇ, ਮੈਂ ਤੇਲ ਢਾਲਣ ਲੱਗੀ ਆ, ਅੰਦਰੋਂ ਮੇਰੇ ਬੇਟੇ ਮੇਰੇ ਅਵੈਸ ਨੇ ਫੋਨ ਆਵਾਜ਼ ਮਾਰੀ, ਮੈਂ ਫਟਾਫਟ ਲੈ ਕੇ ਅੰਦਰੋਂ ਤੇਲ, ਤੇ 5 ਮਿੰਟ ਨਹੀਂ ਲੱਗੇ ਮੈਂ ਦਰਵਾਜ਼ੇ ਅੱਗੇ ਆਈ ਆ। ਇਹ ਦਰਵਾਜ਼ਾ ਪੂਰਾ ਖੋਲਿਆ ਨਹੀਂ ਤੇ ਬੂਟੇ ਨੇ ਫਾਇਰ ਕਰ ਦਿੱਤਾ, ਮਾਰ ਦਿੱਤਾ। ਅੱਛਾ, ਤੁਹਾਡੇ ਦਮਾਦ ਦੀ ਕੋਈ ਬੂਟੇ ਦੇ ਨਾਲ ਕੋਈ ਪੁਰਾਣੀ ਦੁਸ਼ਮਣੀ ਕੋਈ ਸੀ? ਨਹੀਂ, ਸਾਡੀ ਕੋਈ ਨਹੀਂ। ਉਹ ਵੀ ਓਬਰ ਰਿਸ਼ਤੇਦਾਰ, ਅਸੀਂ ਵੀ ਓਬਰ ਰਿਸ਼ਤੇਦਾਰ। ਸਾਡੀ ਕੋਈ ਤੁਹਾਡੀ ਬੂਟੇ ਨਾਲ ਕੋਈ ਦੁਸ਼ਮਣੀ ਨਹੀਂ, ਸੀ? ਸਾਡੀ ਕੋਈ ਬੂਟੇ ਨਾਲ ਦੁਸ਼ਮਣੀ ਨਹੀਂ। ਫਿਰ ਉਹਨੇ ਤੁਹਾਡੇ ਦਮਾਦ ਨੂੰ ਦੱਸਦੇ ਨੇ ਕਿ ਜੀ ਕਿਧਰੇ ਦੂਸਰੀ ਬੇਟੀ ਦੇ ਸਸੁਰਾਲ ਜਾ ਰਹੇ ਸੀ ਬੇਟੀ ਨੂੰ ਲੈਣ, ਤੇ ਰਸਤੇ ਦੇ ਵਿੱਚ ਕੋਈ ਤੂ ਤਕਰਾਰ ਹੋਈ ਸੀ, ਉਹ ਕੀ ਹੋਈ ਸੀ? ਉਹ ਉੱਥੇ ਹੋਈ ਏ, ਇਹ ਮੇਰੀ ਭੈਣ ਨਾਲ, ਮੈਂ ਨਹੀਂ ਘਰੋਂ ਗਈ। ਅੱਛਾ, ਤੁਸੀਂ ਨਾਲ ਨਹੀਂ ਮੈਂ ਸੀ ਨਾਲ ਉਸ ਟਾਈਮ ਨਹੀਂ। ਜਿੰਨਾ ਕੁ ਝਗੜਾ ਹੋਇਆ ਉੱਥੇ, ਇਹਨਾਂ ਫੋਨ ਕੀਤਾ ਕਿ ਨਾ ਫੁੱਫੀ ਸ਼ਮੀ ਦੇ ਨਾਲ ਨਾ ਸਾਡਾ ਝਗੜਾ ਹੋ ਗਿਆ, ਤੇ ਫੁੱਫੋ ਅੰਮੀ ਘਰ ਆਏ, ਜਿੰਨਾ ਫੁੱਫੋ ਕੋ ਗੱਲ ਕਰੇ ਦੀ ਤੇ ਤੁਸੀਂ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ। ਅੱਛਾ, ਇਹ ਆਂਟੀ ਉਸ ਟਾਈਮ ਤੇ ਉਸ ਗੱਡੀ ਦੇ ਵਿੱਚ ਮੌਜੂਦ ਸਨ? ਉੱਥੇ ਸਨ। ਆਂਟੀ ਜੀ, ਤੁਸੀਂ ਕੀ ਵੇਖਿਆ ਸੀ ਉੱਥੇ? ਕਿਉਂ ਲੜਾਈ ਹੋਈ, ਤੇ ਇਹ ਲੜਾਈ ਇੰਨੀ ਜ਼ਿਆਦਾ ਹੋ ਗਈ ਸੀ ਕਿ ਉਹਨੇ ਘਰ ਆ ਕੇ ਦਮਾਦ ਨੂੰ ਕਤਲ ਕਰ ਦਿੱਤਾ? ਭਾਈ ਮੇਰੀ ਗੱਲ ਸੁਣੋ, ਇਸ ਤਰ੍ਹਾਂ ਹੀ ਨਾ ਬੈਠੇ ਨੇ ਸਾਰੇ, ਸੀਟ ਤੇ ਬੱਚੀਆਂ ਬੈਠੀਆਂ ਨੇ, ਇਹ ਨਾ ਖਲੋਤਾ ਬੱਸ ਦੇ ਵਿੱਚ, ਉਹਨੇ ਅਵੈਸ ਨੇ ਆਖਿਆ ਥੱਲੇ ਬਹਿ ਜਾਓ, ਉਹ ਸੀਟ ਦੇ ਉੱਤੇ ਬਹਿ ਜਾਓ, ਮੇਰੀ ਆਂਟੀ ਦੇ ਨਾਲ ਬਹਿ ਜਾਓ। ਉਹ ਆਂਦਾ ਮੈਂ ਨਹੀਂ ਬਹਿਣਾ। 2-3 ਵਾਰੀ ਆਖਿਆ ਅਵੈਸ ਨੇ, ਨਹੀਂ ਬੇਟਾ, ਫਿਰ ਚੁੱਪ ਕਰ ਗਿਆ ਅਵੈਸ। ਫਿਰ ਉਹ ਟੱਚ ਕੇ ਸੰਦੂਲੇ ਦਾ ਹੀ ਬਰੀਕ ਜਿਹਾ ਉਹਦੇ ਉੱਤੇ ਧਰੂ ਕੇ ਤੇ ਲਿਆ ਕੇ ਨਾ ਉਹਦੇ ਉੱਤੇ ਵਿਚਕਾਰ ਬੱਚੀਆਂ ਦੇ ਬਹਿ ਗਿਆ ਹੈ। 2-3 ਵਾਰੀ ਅਵੈਸ ਨੇ ਆਖਿਆ ਸੀਟ ਤੇ ਬਹਿ ਜਾ ਬੂਟਾ, ਉੱਥੇ ਸੀਟ ਤੇ ਬਹਿ ਜਾ। ਆਂਦਾ ਨਹੀਂ ਮੈਂ ਬਹਿਣਾ। ਉਸੇ ਵੇਲੇ ਹੀ ਨਾ ਇਹਨੇ ਗਾਲੀਆਂ ਸ਼ੁਰੂ ਦੇ ਦਿੱਤੀਆਂ। ਉਹ ਗਾਲਾਂ ਕੱਢਣ ਲੱਗ ਪਏ? ਬੂਟੇ ਨੇ ਗਾਲੀਆਂ ਦਿੱਤੀਆਂ ਨੇ, ਬੜੀਆਂ ਗੰਦੀਆਂ ਗਾਲੀਆਂ ਦਿੱਤੀਆਂ, 3-4 ਕੱਢਦੀਆਂ। ਉਹਨੂੰ ਫੜ ਕੇ ਵੈਸ ਨੂੰ ਥੱਲੇ ਲਾ ਲਿਆ ਉਹ ਗੱਡੀ। ਅੱਛਾ, ਲਾ ਕੇ ਤੇ ਉਹਨੂੰ ਕੁੱਟਣ ਲੱਗ ਪਿਆ। ਸਮਝਾਇਆ ਨਹੀਂ ਕਿਸੇ ਨੇ ਕਿ ਕਿਉਂ ਬਿਲਾ ਵਜ੍ਹਾ ਧੀਆਂ ਭੈਣਾਂ ਵਿੱਚ ਬੈਠੀਆਂ ਨੇ ਗੱਡੀ ਦੇ ਵਿੱਚ? ਭਾਈ ਮੇਰੀ ਗੱਲ ਸੁਣੋ, ਉਹਨੂੰ ਜੀ ਥੱਲੇ ਲਾ ਲਿਆ, ਉਹ ਕੁਲਣ ਲਾ ਪਏ ਨੇ। ਉਦੋਂ ਮੇਰਾ ਛੋਟਾ ਭਾਈ ਆ, ਇਹ ਮਾਵਾਂ ਧੀਆਂ ਤਰੈਵੇਂ ਹੀ ਨੇ, ਉਹ ਛਮੀ ਬੂਟੇ ਦੀਆਂ ਭੈਣਾਂ ਤੇ ਮਾਂ ਵੀ, ਉਹ ਆਈਆਂ ਨੇ। ਉਹਨਾਂ ਨੇ ਮੇਰੇ ਭਾਈ ਦੇ ਬਾਜ਼ੂਆਂ ਤੇ ਦੰਦੀਆਂ ਵੜਦੀਆਂ, ਉਹਨਾਂ ਛਡਵਾਇਆ ਛਡਵਾਇਆ। ਫਿਰ ਬਾਅਦ ਚ ਭਾਈ ਮੇਰਾ ਉੱਠਿਆ, ਉਹਨਾਂ ਉੱਠ ਕੇ ਉਹਦੇ ਮੂੰਹ ਦੇ ਬੂਟੇ ਦੇ ਮੂੰਹ ਤੇ ਚਪੇੜ ਮਾਰੀ ਹੈ। ਤੂੰ ਕਿਉਂ ਇਹ ਕਰਕੇ? ਫਿਰ ਉਹ ਦੂਲੇ ਨੇ 2 ਚਪੇੜਾਂ ਉਹ ਮੁੰਡੇ ਦੇ ਮੂੰਹ ਦੇ ਉੱਤੇ ਮਾਰ ਦਿੱਤੀਆਂ ਨੇ। ਤੇ ਤੂੰ ਕਿਉਂ ਏਡੀ ਬਦਤਮੀਜ਼ੀ ਕਰਨਾ? ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਨੇ, ਤੇ ਤੂੰ ਏਡੀਆਂ ਬਦਤਮੀਜ਼ੀਆਂ, ਏਡੀਆਂ ਭੈੜੀਆਂ ਗਾਲੀਆਂ ਦੇਣ। ਦੂਲੇ ਨੇ ਕਿਉਂ ਫਿਰ ਬੂਟੇ ਦੇ ਮੂੰਹ ਤੇ ਚਪੇੜਾ ਮਾਰੀਆਂ ਜਦੋਂ ਕਿ ਆਪਸ ਦੇ ਵਿੱਚ ਲੱਗੇ ਸੀ, ਲੱਗੇ ਰਹਿੰਦੇ? ਇਹ ਮੈਨੂੰ ਗੱਲ ਬਰਦਾਸ਼ਤ ਹੈ, ਧੀਆਂ ਭੈਣਾਂ ਨੂੰ ਇਹ ਗਾਲੀਆਂ ਬੜੀਆਂ ਦੇਣ ਡਿਆ। ਅੱਛਾ, ਇਸ ਵਜ੍ਹਾ ਤੋਂ ਉਹਨੇ ਸਿਰਫ ਗੁੱਸਾ ਦੂਲੇ ਤੇ ਕੀਤਾ ਤੇ ਦੂਲੇ ਨੂੰ ਫਾਇਰ ਮਾਰਿਆ, ਹੋਰ ਕਿਸੇ ਨੂੰ ਨਹੀਂ ਉਹਨੇ ਕੁਝ ਵੀ ਕਿਹਾ? ਮੇਰੀ ਗੱਲ ਸੁਣ, ਉਤਰਿਆ ਹੀ ਗੱਡੀ ਚੋਂ ਜਦੋਂ ਉਥੋਂ ਵਲੀਮਾ ਖਾ ਪੀ ਕੇ ਵਾਪਸ ਆਏ ਨੇ, ਤੇ ਉਹ ਉਤਰਿਆ ਹੀ ਪਹਿਲਾਂ ਦੂਲਾ ਤੇ ਵੈਸ ਸੀਗੇ। ਵੈਸ ਦਰਵਾਜ਼ਾ ਖੜਕਾਇਆ, ਦੂਲਾ ਥੋੜਾ ਜਿਹਾ ਪਿੱਛਾ ਆਵੇ ਤੇ ਨੇਰਾ ਸੀ। ਅੱਛਾ, ਨੇਰਾ ਉਹ ਮਾਰਨ ਵੈਸ ਨੂੰ ਆਇਆ, ਵੱਜ ਦੂਲੇ ਨੂੰ ਪਈ ਹੈ। ਅੱਛਾ, ਮਾਰਨ ਵੈਸ ਨੂੰ ਆਇਆ ਸੀ, ਗੋਲੀਆਂ ਦੂਲੇ ਨੂੰ ਲੱਗ ਗਈਆਂ। ਵੱਜ ਦੂਲੇ ਨੂੰ ਇਹ ਜਿਹੜੀ ਉਹਨਾਂ ਬਗੈਰ ਧੀ ਦੋਵਾਲੀ ਵਾਲਿਆ ਕੀਤੀ ਜੇ ਨਾ, ਜਿਹੜਾ ਉਹਨਾਂ ਆਖਿਆ ਸਾਡੀ ਕੁੜੀ ਨਹੀਂ ਰਾਜ਼ੀ, ਇਹਨਾਂ ਦੀ ਕੁੜੀ ਨਹੀਂ ਰਾਜ਼ੀ, ਸਾਡਾ ਮੁੰਡਾ ਵਾਸ਼ਰੂਮ ਚ ਬੈਠਾ, ਜਦੋਂ ਅਸੀਂ ਨਾਸ਼ਤਾ ਲੈ ਕੇ ਗਏ ਸਾਂ, ਸਾਡੀ ਬੇਟੀ ਉਦੋਂ ਸਾਡੇ ਨਾਲ ਘੱਲ ਦਿੱਤੀ। ਹਾਂਜੀ, ਹੱਕ ਬਣਦਾ ਸੀ ਨਾ। ਤੁਹਾਨੂੰ ਉਹਨਾਂ ਨੇ ਕੁਝ ਦੱਸਿਆ ਸੀ ਕਿ ਇਹ ਵਰਤਾਓ ਹੋਇਆ ਸਾਡੇ ਮੁੰਡੇ ਨਾਲ? ਕੋਈ ਗੱਲ ਨਹੀਂ ਕੀਤੀ। ਬਹਿ ਕੇ ਸਾਰੇ ਜੀਆਂ ਨੇ ਨਾਸ਼ਤਾ ਕੀਤਾ, ਖਾ ਪੀ ਕੇ ਫਿਰ ਬਾਅਦ ਵਿੱਚ ਅਸੀਂ ਘਰ ਨੂੰ ਆ ਗਏ ਆ। ਫਿਰ ਬਾਅਦ ਚ ਸਾਡਾ ਵਲੀਮਾ ਗਿਆ, ਵਲੀਮਾ ਗਿਆ, ਉੱਥੇ ਜਾ ਕੇ ਰੋਟੀ ਛੋਟੀ ਖਾਧੀ ਪੀਤੀ ਨੇ, ਖਾ ਪੀ ਕੇ ਤੇ ਫਿਰ ਬਾਅਦ ਚ ਉਹਨਾਂ ਆਖਿਆ ਜਿਹੜਾ ਇਹਨਾਂ ਆਹ ਥੋੜੀ ਜਿਹੀ ਰਸਮ ਕਰਨੀ, ਉਹਦੀ ਸੱਸ ਨੇ ਆਖਿਆ, ਮੈਂ ਕਿਹਾ ਕਰ ਲਓ ਜਿਹੜੀ ਰਸਮ ਹੈ ਵੇ। ਉਹਨੇ ਸਾਰੇ ਰਿਸ਼ਤੇਦਾਰਾਂ ਨੂੰ ਆਖਿਆ ਵੇ
ਤੇ ਰਸਮ ਫਰਾਡ ਕਰੋ ਇਹਨਾਂ ਆਗਾਮੀ ਜਾਣਾ ਵਲੀਮਾ ਲੈ ਕੇ ਉਹ ਚਲੋ ਰਸਮ ਕਰਨ ਲੱਗ ਪਏ ਨੇ। ਜਿਹੜਾ ਦੇਵਰ ਸੀ, ਜਿਹੜੀ ਉਹ ਕੁੜੀ ਭੈੜੀ ਤੇ ਜਿਹੜਾ ਦੇਵਰ ਵੀ ਉਹ ਕਿਉਂ ਗੋਡੇ ਤੇ ਬੈਠਾ ਸੀ, ਉਹ ਗੋਡੇ ਤੇ ਬੈਠਾ ਹੈ। ਉਹਨੇ ਫਿਰ ਬਾਅਦ ਚ ਮੈਂ ਕਿਹਾ ਤੂੰ ਗੋਡੇ ਤੇ ਬਹਿ ਗਿਆ ਤੇ ਹੁਣ ਆਪਣੀ ਜੇਬ ਚ ਵੀ ਕੋਈ ਉਹ ਤਾਂ ਪੈਸਾ ਕਹਿੰਦੇ ਨੇ ਕਿ ਕੁੜੀ ਨੇ ਨਜ਼ਰਾਂ ਹੀ ਨਹੀਂ ਚੁੱਕੀਆਂ, ਸਿਰ ਥੱਲੇ ਹੀ ਸੁੱਟੀ ਰੱਖਿਆ ਹੈਗਾ। ਭਾਈ ਇਹ ਬਕਵਾਸ ਹੈ। ਉਂਝ ਉਹਨਾਂ ਦੇ ਘਰ ਜੰਮੀਆਂ ਨਹੀਂ ਧੀਆਂ ਪੈਣਾ ਵਾਲੇ ਨੇ, ਜਿਹੜੇ ਧੀਆਂ ਪੈਣਾ ਵਾਲੇ ਨੇ ਉਹ ਜਿਹੜਾ ਇਨਸਾਫ ਹੈ ਉਹ ਇਨਸਾਫ ਹੀ ਹੁੰਦਾ। ਝੂਠ ਦੇ ਪੈਰ ਕੋ ਨਹੀਂ ਹੁੰਦੇ, ਸੱਚ ਦੇ ਪੈਰ ਨੇ। ਜਿੱਥੇ ਵੀ ਕੋਈ ਗੱਲ ਸੱਚ ਦੇ ਪੈਰ ਨੇ, ਕਦੇ ਝੂਠ ਦੇ ਵੀ ਹੋਏ ਜੇ।